ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ, ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ। ਰਹਾਉ ਦਾਰਾ ਮੀਤ ਪੂਤ ਰਥ ਸੰਪਤ, ਤਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ, ਕੋਟਾਨ ਕੋਟ ਨਮਸਕਾਰ। ਨਿਮਾਣਿਓ ਕੇ ਮਾਨ, ਨਿਤਾਣਿਓ ਕੇ ਤਾਨ, ਨਿਆਸਰਿਓ ਕੇ ਆਸਰੇ। ਦਸਾਂ ਪਾਤਸ਼ਾਹੀਆਂ ਕੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਕਰੋ ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤੰਤਾ ਦੇ ਜੋਗ ਹੋ, ਜੋ ਕਿ ਸਤਿਗੁਰੂ ਦੀ ਅਪਾਰ ਕਿਰਪਾ ਰਹਿਮਤ ਸਦਕਾ ਨਿੱਗੀ ਗੋਦਾ ਆਨੰਦ ਮਾਣ ਰਹੇ ਹੋ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਹੋਏ ਆਏ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਆਓ ਜੋ ਅੱਜ ਦਾ ਪਾਵਨ ਮੁਖਵਾਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ਣਾ ਕੀਤਾ, ਹਜੂਰ ਕਿਰਪਾ ਕਰਦੇ ਐ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਦਰਬਾਰਾ। ਜਿਹੜੇ ਸਾਧ ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਨੂੰ ਧਿਆਉਂਦੇ ਹਨ, ਹਜੂਰ ਕਹਿੰਦੇ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ। ਅੱਜ ਸੋਰਠ ਰਾਗਣੀ ਅੰਦਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖੋਂ ਉਚਾਰੇ ਹੋਏ ਇਹ ਅੰਮ੍ਰਿਤ ਬੋਲ ਹਨ। ਸਤਿਗੁਰੂ ਪਾਵਨ ਅੰਮ੍ਰਿਤ ਬੋਲਾਂ ਰਾਹੀਂ ਸਾਰੇ ਸੰਸਾਰ ਜਗਤ ਨੂੰ ਉਪਦੇਸ਼ ਦੇ ਕਰਕੇ ਇਸ ਭਵ ਸਾਗਰ ਤੋਂ ਸਤਿਗੁਰੂ ਤਾਰਦੇ ਹਨ। ਹਜੂਰ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ। ਜਿਹੜੇ ਲੋਕ ਮਾਇਆ ਦੇ ਮਗਰ ਲੱਗ ਕਰਕੇ, ਪਦਾਰਥਾਂ ਦੇ ਮਗਰ ਲੱਗ ਕਰਕੇ ਆਪਣੀ ਜ਼ਿੰਦਗੀ ਨੂੰ ਸਾਧ ਸੰਗਤ ਜੀ ਬਿਰਥਾ ਗਵਾ ਰਹੇ ਹਨ। ਭਾਵ ਕਹਿ ਦੀ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਜਿਹੜੇ ਮਾਇਆ ਦੇ ਮਗਰ ਲੱਗ ਕਰਕੇ, ਪਦਾਰਥਾਂ ਦੇ ਮਗਰ ਲੱਗ ਕਰਕੇ, ਉਹਨਾਂ ਦੀਆਂ ਮਨ ਦੀਆਂ ਗੱਲਾਂ ਫਿਰ ਮਨ ਵਿੱਚ ਹੀ ਰਹਿ ਜਾਂਦੀਆਂ। ਤੇ ਸਤਿਗੁਰੂ ਕਹਿੰਦੇ ਨਾਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਮਹਾਰਾਜ ਕਹਿੰਦੇ ਮਾਇਆ ਧਾਰੀ ਮਨੁੱਖ, ਵਿਕਾਰਾਂ ਵਿੱਚ ਗਲਤਾਨ ਮਨੁੱਖ, ਨਾ ਤੇ ਪ੍ਰਮਾਤਮਾ ਦੀ ਭਗਤੀ ਕਰਦਾ ਤੇ ਨਾ ਸਾਧੂ ਮਹਾਤਮਾ ਦੀ ਸੇਵਾ ਕਰਦਾ। ਚੋਟੀ ਕਾਲ ਗਹੀ ਕਹਿੰਦੇ ਨੇ, ਚੋਟੀ ਬੋਧੀ ਆ ਕਰਕੇ ਜਮਦੂਤ ਨੇ ਫੜ ਲਈ।
ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਭਾਈ ਜਿਹੜੇ ਮਨਮੁਖ ਲੋਕ ਹਨ, ਪ੍ਰਮਾਤਮਾ ਤੋਂ ਟੁੱਟੇ ਹੋਏ ਹਨ, ਉਹਨਾਂ ਦੀਆਂ ਮਨ ਦੀਆਂ ਗੱਲਾਂ ਮਨ ਵਿੱਚ ਹੀ ਰਹਿ ਜਾਂਦੀਆਂ, ਕਿਉਂਕਿ ਨਾ ਉਹ ਪ੍ਰਮਾਤਮਾ ਨੂੰ ਸਿਮਰਦੇ ਆ ਤੇ ਨਾ ਉਹ ਸਤਿਗੁਰ ਕਹਿੰਦੇ ਮਹਾਤਮਾ ਮਹਾਪੁਰਸ਼ਾਂ ਦੀ ਸੇਵਾ ਕਰਦੇ ਆ। ਉਹਨਾਂ ਚਿਰ ਫਿਰ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਜਾਂਦਾ ਹੈ, ਮੌਤ ਫਿਰ ਉਹਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ। ਹਜੂਰ ਕਹਿੰਦੇ ਉਹ ਕਿੰਨਾ ਦਾ ਮਨ ਵਿੱਚ ਮਾਣ ਰੱਖਦਾ ਹੈ, ਦਾਰਾ ਮੀਤ ਪੂਤ ਰਥ ਸੰਪਤ, ਕਹਿੰਦੇ ਮਾਤਾ ਪਿਤਾ ਭੈਣ ਭਰਾ ਘਰ ਵਾਲੀ, ਕਹਿੰਦੇ ਇਹ ਇਹਦੇ ਮਨ ਦਾ ਭੁਲੇਖਾ ਹੈ ਕਿ ਮੇਰੇ ਨਾਲ ਪਿਆਰ ਕਰਦੇ ਆ। ਹਜੂਰ ਕਹਿੰਦੇ ਪਿਆਰ ਨਹੀਂ, ਧਨ ਪੂਰਨ ਸਭ ਮਹੀ, ਸਾਰੇ ਹੀ ਮਾਇਆ ਕਰਕੇ ਤੇਰੇ ਨਾਲ ਜੁੜੇ ਹੋਏ ਆ। ਹਜੂਰ ਦਾ ਇੱਕ ਥਾਂ ਹੋਰ ਬਚਨ ਆਉਂਦਾ ਹੈ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਅਗਲਾ ਬਚਨ ਵੀ ਇਹੀ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਮਰ ਕਹਿੰਦੇ ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਮੇਰਾ। ਜਦੋਂ ਬਿਪਤਾ ਪੈਂਦੀ ਹੈ, ਸੰਸਾਰਿਕ ਬਿਪਤਾ ਨਹੀਂ, ਅੱਜ ਕੋਈ ਦੁੱਖ ਲੱਗ ਜੇ, 4 ਬੰਦੇ 10 ਬੰਦੇ ਖੜੇ ਹੋ ਜਾਂਦੇ, ਚੱਲ ਵੀ ਲੈ ਕੇ ਚਲੀ ਹਸਪਤਾਲ। ਮਹਾਰਾਜ ਕਹਿੰਦੇ ਉਹ ਬਿਪਤਾ ਦੀ ਗੱਲ ਕੀਤੀ ਹੈ ਜਦੋਂ ਜੰਮ ਲੈਣ ਵਾਸਤੇ ਆਉਂਦੇ ਆ। ਹਜੂਰ ਕਹਿੰਦੇ ਜਿਨ੍ਹਾਂ ਦਾ ਤੂੰ ਮਾਣ ਕਰਦਾ ਹੈ ਕਿ ਇਹ ਮੈਨੂੰ ਬਚਾ ਲੈਣਗੇ, ਕਹਿੰਦੇ ਨਾ ਪੁੱਤਰ ਬਚਾ ਸਕਣਗੇ, ਨਾ ਮਾਂ-ਬਾਪ ਬਚਾ ਸਕਣਗੇ, ਨਾ ਘਰ ਵਾਲੀ, ਨਾ ਰਿਸ਼ਤੇਦਾਰ, ਨਾ ਭੈਣ ਭਰਾ, ਕੋਈ ਬਚਾ ਨਹੀਂ ਸਕੇਗਾ। ਮਹਾਰਾਜ ਕਹਿੰਦੇ ਜਿਹੜੇ ਤੇਰੇ ਨਾਲ ਜੁੜੇ ਹੋਏ ਆ, ਇਹ ਕੇਵਲ ਮਾਇਆ ਕਰਕੇ, ਪਦਾਰਥਾਂ ਕਰਕੇ ਜੁੜੇ ਹੋਏ। ਅਵਰ ਸਗਲ ਮਿਥਿਆ ਇਹ ਜਾਨੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਾਰਾ ਸੰਸਾਰ ਜਗਤ ਮਿਥਿਆ ਹੈ, ਨਾਸਵੰਤ ਹੈ। ਜੋ ਕੁਝ ਅਸੀਂ ਦੇਖਦੇ ਆ ਨਾ ਗੁਰੂ ਪਿਆਰ ਵਾਲਿਓ, ਸਾਰਾ ਕੁਝ ਹੀ ਨਾਸਵੰਤ ਹੈ। ਮਹਾਰਾਜ ਕਹਿੰਦੇ ਫਿਰ ਸੱਚ ਕੀ ਹੈ, ਸਦਾ ਥਿਰ ਰਹਿਣ ਵਾਲਾ ਕੀ ਹੈ। ਬਾਣੀ ਦਾ ਬਚਨ ਹੁੰਦਾ, ਜਪ ਮਨ ਸਤਨਾਮ ਸਦਾ ਸਤਨਾਮ। ਤੇ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਦਾ ਹੀ ਸੱਚਾ ਹੈ। ਹੁਣ ਸਾਡੇ ਤੋਂ ਪਹਿਲਾਂ ਕਿੰਨੇ ਕੁ ਸੰਸਾਰ ਤੋਂ ਚਲੇ ਗਏ, ਅਸੀਂ ਵੀ ਚਲੇ ਜਾਣਾ, ਸਾਡੇ ਤੋਂ ਬਾਅਦ ਹੋਰਨਾਂ ਨੇ ਵੀ ਆਉਣਾ, ਉਹ ਵੀ ਚਲੇ ਜਾਣਗੇ। ਮਹਾਰਾਜ ਕਹਿੰਦੇ ਸੰਸਾਰ ਜਿਹੜਾ ਅਸੀਂ ਦੇਖਦੇ ਆਂ ਇਹ ਸਭ ਨਾਸਵੰਤ ਹੈ, ਵਾਰੀ ਵਾਰੀ ਸੰਸਾਰ ਤੋਂ ਸਭ ਕੁਝ ਖਤਮ ਹੋ ਜਾਣਾ। ਪਰ ਮਹਾਰਾਜ ਸੱਚ ਕੀ ਹੈ। ਹਜੂਰ ਕਹਿੰਦੇ ਭਜਨ ਰਾਮ ਕੋ ਸਹੀ। ਮਹਾਰਾਜ ਮਨੁੱਖਾ ਜਨਮ ਦਾ ਲਾਹਾ ਦੱਸਦੇ ਆ। ਹਜੂਰ ਕਹਿੰਦੇ ਜਿੰਨੇ ਮਰਜੀ ਪਦਾਰਥ ਇਕੱਠੇ ਕਰ ਲੈ, ਜਿੰਨੀ ਮਰਜੀ ਮਾਇਆ ਇਕੱਠੀ ਕਰ ਲੈ, ਇਹ ਨਾਲ ਨਹੀਂ ਜਾਣੀ, ਇਹ ਇੱਥੇ ਰਹਿ ਜਾਣੀ ਹੈ। ਜੇ ਨਾਲ ਜਾਣਾ ਤੇ ਕਬੀਰ ਸਾਹਿਬ ਦੇ ਬੋਲ ਹੈ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਲੂਟਣਾ ਹੈ ਤਾਂ ਲੂਟ ਲੈ। ਰਾਮ ਨਾਮ ਹੈ ਲੂਟ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਓਗੇ, ਫਿਰ ਪਾਛੈ ਪਛਤਾਓਗੇ। प्राण जाएंगे छूट, प्राण जाएंगे छूट। ਭਗਤ ਕਬੀਰ ਸਾਹਿਬ ਕਹਿੰਦੇ ਜੇ ਮਨੁੱਖਾ ਜਨਮ ਦਾ ਲਾਹਾ ਵੇਖਣਾ ਤੇ ਕੇਵਲ ਪਰਮਾਤਮਾ ਦਾ ਨਾਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਜਨ ਰਾਮ ਕੋ ਸਹੀ। ਕਹਿੰਦੇ ਸਾਰਿਆਂ ਪਦਾਰਥਾਂ ਤੋਂ, ਸਾਰੇ ਦੁਨੀਆ ਦੀ ਚੀਜ਼ਾਂ ਤੋਂ ਸਭ ਤੋਂ ਚੰਗਾ ਕੇਵਲ ਪਰਮਾਤਮਾ ਦਾ ਨਾਮ ਹੈ। ਤੇ ਬੰਦਾ ਹੋਰ ਸਾਰੇ ਕਾਰ ਵਿਹਾਰ ਕਰ ਲੈਂਦਾ ਹੈ। ਸਚਾਈ ਹੈ, ਕੋਈ ਵੱਡਾ ਕਾਰਜ ਮਿਲ ਜੇ ਜਾਂ ਕਾਰੋਬਾਰ 'ਚ ਕੋਈ ਤਰੱਕੀ ਹੁੰਦੀ ਹੋਵੇ, ਬੰਦਾ ਰਾਤ ਦਿਨ ਇੱਕ ਕਰ ਦਿੰਦਾ ਹੈ। ਪਰ ਜੇ ਕਿਤੇ ਨਾਮ ਜਪਣ ਦੀ ਗੱਲ ਆਏ, ਸਾਧ ਸੰਗਤ ਜੀ ਸੰਗਤ ਵਿੱਚ ਬੈਠਿਆਂ ਨੀਂਦ ਆਉਂਦੀ ਹੈ, ਫਿਰ ਮਨ ਵੀ ਬਾਹਰ ਵੱਲ ਦੌੜਦਾ ਹੈ। ਜੇ ਕਿਤੇ ਫਿਲਮ ਲੱਗੀ ਹੋਵੇ ਤੇ ਬੰਦਾ 3-3 ਘੰਟੇ ਨਹੀਂ ਹਿਲਦਾ, ਕਿਉਂਕਿ ਮਨ ਉਧਰ ਦੌੜਦਾ ਹੈ। ਕਿਤੇ ਗੱਲਾਂ ਬਾਤਾਂ ਚੱਲਦੀਆਂ ਹੋਣ, ਕਿਤੇ ਨਿੰਦਿਆ ਚੱਲਦੀ ਹੋਵੇ, ਕਿਤੇ ਸਾਧ ਸੰਗਤ ਜੀ ਚੁਗਲੀ ਚੱਲਦੀ ਹੋਵੇ, ਬੰਦਾ ਉੱਥੇ ਸੁਚੇਤ ਹੋ ਕੇ ਸੁਣਦਾ ਹੈ। ਸਤਿਗੁਰ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਦੀ ਵੇਲਾ ਆਉਂਦੀ ਹੈ, ਸਾਧ ਸੰਗਤ ਜੀ ਸਾਰੀ ਰਾਤ ਗੱਲਾਂ ਕਰਦਾ ਰਹਿੰਦਾ ਹੈ, 12-12 1-1 ਵਜੇ ਤੱਕ ਗੱਲਾਂ ਕਰਦਾ ਹੈ। ਪਰ ਜਦੋਂ ਨਾਮ ਦਾ ਸਮਾਂ ਆਉਂਦਾ, ਜਪਣ ਦਾ ਸਮਾਂ ਆਉਂਦਾ ਹੈ, ਸੰਖੇਪ ਰੂਪ ਵਿੱਚ ਬੇਨਤੀ ਕਰਾਂ, ਉਦੋਂ ਸੌ ਜਾਂਦਾ ਹੈ।
ਹਜੂਰ ਕਹਿੰਦੇ ਨਾਮ ਦੀ ਇੱਥੇ ਸਾਰੀ ਗੱਲ ਕੀਤੀ ਹੈ। ਜਿਵੇਂ ਸੰਗਤ ਵਿੱਚ ਬੈਠੇ ਆ, ਨੀਂਦ ਆਉਂਦੀ ਹੈ ਜਾਂ ਕਹਿ ਦਈਏ ਸੁਸਤੀ ਆਉਂਦੀ ਹੈ, ਮਨ ਨਹੀਂ ਲੱਗਦਾ, ਤੇ ਜਦੋਂ ਵਿਕਾਰਾਂ ਵੱਲ ਜਾਈਏ, ਕੋਈ ਮਾੜਾ ਕਰਮ ਕਰਨਾ ਹੋਵੇ, ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਚੋਰੀ ਕਰਨੀ ਹੋਵੇ, ਸਾਰੀ ਸਾਰੀ ਰਾਤ ਸੌਂਦੇ ਨਹੀਂ ਚੋਰ। ਮਹਾਰਾਜ ਕਹਿੰਦੇ ਪਰ ਨਾਮ ਜਪਣ ਵੇਲੇ, ਅੱਜ ਰਾਤ ਹੀ ਸਾਧ ਸੰਗਤ ਜੀ ਕੋਈ ਐਮਰਜੈਂਸੀ ਪੈ ਜੇ, ਫਿਰ ਬੰਦਾ ਸਾਰੀ ਰਾਤ ਜਾਗ ਕੇ ਸਫ਼ਰ ਵੀ ਕਰਦਾ, ਸਾਰੀ ਰਾਤ ਜਾਗਦਾ ਵੀ ਹੈ। ਜੇ ਉਹੀ ਮਨੁੱਖ ਨੂੰ ਕਵੇ ਤੂੰ ਰਾਤ ਨੂੰ 1 ਘੰਟਾ ਸਿਮਰਨ ਕਰ ਲੈ, ਇਹ ਸਚਾਈ, ਉਹ ਕਹੇਗਾ ਨਹੀਂ ਸਰੀਰ ਸਾਥ ਨਹੀਂ ਦੇ ਰਿਹਾ, ਮੈਂ ਥੱਕਿਆ ਹੋਇਆ, ਨੀਂਦ ਆ ਰਹੀ ਹੈ। ਹਜੂਰ ਕਹਿੰਦੇ ਨਾਮ ਕੀ ਬੇਲਾ ਪੈ ਪੈ ਸੋਇਆ ਫਿਰੇ ਸੌਂਦਾ ਹੈ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਅੱਜ ਅਸੀਂ ਮਨੁੱਖਾ ਜਨਮ ਨੂੰ ਐਵੇਂ ਸਮਝ ਲੈਂਦੇ ਆ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗੋਦਾਵਰੀ ਦੇ ਕਿਨਾਰੇ ਤੇ ਬੈਠੇ ਐ, ਤੇ ਉੱਥੇ ਬਹਾਦਰ ਸ਼ਾਹ ਪਹੁੰਚਦਾ ਹੈ। ਇਤਿਹਾਸਕਾਰ ਲਿਖਦੇ ਐ ਮਹਾਰਾਜ ਸੱਚੇ ਪਾਤਸ਼ਾਹ ਗੋਦਾਵਰੀ ਦੇ ਕੰਢੇ ਤੇ ਬੈਠ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਸਤਿਗੁਰੂ ਜੁੜੇ ਹੋਏ ਐ, ਤੇ ਬਹਾਦਰ ਸ਼ਾਹ ਪਹੁੰਚਦਾ, ਤੇ ਬਹਾਦਰ ਸ਼ਾਹ ਦੇ ਮਨ ਵਿੱਚ ਇੱਕ ਗੱਲ ਆਉਂਦੀ ਹੈ ਕਿ ਮਹਾਰਾਜ ਦੇ ਨਾਲ ਇੰਨਾ ਕੁਝ ਬਤੀਤ ਹੋ ਗਿਆ, ਹੁਣ ਮਹਾਰਾਜ ਨੂੰ ਪੁੱਛ ਕੇ ਦੇਖਾਂ ਕੀ ਬੀਤੀ ਹੈ। ਕਹਿੰਦੇ ਬਹਾਦਰ ਸ਼ਾਹ ਨੇ ਲਿਖਿਆ, ਸਾਧ ਸੰਗਤ ਜੀ ਪੁੱਛਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਾ ਕਰਕੇ ਆਪ ਕੇ ਸਾਥ ਕੈਸੀ ਬੀਤੀ। ਹਿੰਦੀ ਦੇ ਵਿੱਚ ਲਿਖਦਾ ਆਪ ਕੇ ਸਾਥ ਕੈਸੀ ਬੀਤੀ, ਕਿਉਂਕਿ ਇਹਨੂੰ ਸਾਰਾ ਪਤਾ ਸੀ ਇਹ ਸਤਿਗੁਰਾਂ ਦੇ ਜਿਹੜੇ ਜ਼ਖਮ ਹੈ ਇਹ ਖਰੋਚਣਾ ਚਾਹੁੰਦਾ ਸੀ, ਪਰ ਇਹਨੂੰ ਨਹੀਂ ਪਤਾ ਇਹ ਤੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹੈ। ਸਾਧ ਸੰਗਤ ਜੀ, ਜਦੋਂ ਇਹਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬਚਨ ਕੀਤੇ, ਸੱਚੇ ਪਾਤਸ਼ਾਹ ਆਪ ਜੀ ਨਾਲ ਕੈਸੀ ਬੀਤੀ, ਮਹਾਰਾਜ ਬਹਾਦਰ ਸ਼ਾਹ ਨੂੰ ਕਹਿੰਦੇ, ਬਹਾਦਰ ਸ਼ਾਹ ਨੰਦ ਲਾਲ ਨੇ ਨਹੀਂ ਦੱਸਿਆ, ਕਿਉਂਕਿ ਨੰਦ ਲਾਲ ਬਹਾਦਰ ਸ਼ਾਹ ਦਾ ਉਸਤਾਦ ਸੀ। ਬਹਾਦਰ ਸ਼ਾਹ ਨੂੰ ਕਹਿੰਦੇ, ਬਹਾਦਰ ਸ਼ਾਹ ਨੰਦ ਲਾਲ ਨੂੰ ਨਹੀਂ ਪੁੱਛਿਆ, ਕਹਿੰਦੇ ਮਹਾਰਾਜ ਆਪ ਜੀ ਦੇ ਮੁਖੋਂ ਸੁਣਨਾ ਚਾਹੁੰਦਾ, ਆਪ ਜੀ ਕਿਰਪਾ ਕਰੋ, ਆਪ ਜੀ ਦੱਸੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਬਹਾਦਰ ਸ਼ਾਹ ਜੇ ਸੁਣਨਾ ਚਾਹੁੰਦੇ ਫਿਰ ਤੈਨੂੰ ਸੁਣਾਉਂਦੇ ਆ, ਕਿਉਂਕਿ ਸਾਧ ਸੰਗਤ ਜੀ ਆਮ ਮਨੁੱਖ, ਆਮ ਜੋ ਸਾਡੇ ਵਰਗੇ ਮਨੁੱਖ ਕੋਈ ਦੁੱਖ ਆਵੇ ਹਾਹਾ ਕਰ ਜਾਂਦੇ ਆ, ਬੜਿਆਂ ਨੂੰ ਸੁਣਾਉਂਦੇ ਆ ਮੇਰੇ ਘਰ ਵਿੱਚ ਇਹ ਦੁੱਖ ਹੈ, ਇਹ ਵਿਪਤਾ ਪੈ ਗਈ, ਜੇ ਕਿਤੇ ਸੁੱਖ ਆ ਜੇ ਤੇ ਸਾਧ ਸੰਗਤ ਜੀ ਸਾਰੇ ਨਗਰ ਨੂੰ ਸੁਣਾ ਦਿੰਦੇ ਮੇਰੇ ਘਰ ਵਿੱਚ ਸੁੱਖ ਹੈ। ਉਹ ਇਹ ਚੀਜ਼ ਦੇਖਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਵਿੱਚੋਂ, ਪਰ ਇਹ ਨਹੀਂ ਦਿਖਦੀ, ਕਿਉਂਕਿ ਆਪ ਪਰਮੇਸ਼ਰ ਹੈ। ਧੰਨ ਗੁਰੂ ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਮਹਾਰਾਜ ਆਪ ਨਾਲ ਕੈਸੀ ਬੀਤੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਬਹਾਦਰ ਸ਼ਾਹ, ਜਦੋਂ ਅਸੀਂ ਪਟਨੇ ਦੇ ਧਰਤੀ ਤੇ ਅਵਤਾਰ ਧਾਰਿਆ, ਕਹਿੰਦੇ ਸਮਾਂ ਉਹ ਸੀ ਕਿ 5 ਸਾਲ ਪਿਤਾ ਦੇ ਦਰਸ਼ਨ ਹੀ ਨਹੀਂ ਹੋਏ। ਆਖੋ ਸਤਨਾਮ। ਆਪ ਜੀ ਜਾਣਦੇ ਹੋਵੋਗੇ, ਵਾਚਿਆ ਹੋਵੇਗਾ 5 ਸਾਲ ਉਹ ਬੱਚੇ ਨੂੰ 7 ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਬੱਚੇ ਨੂੰ ਪਤਾ ਲੱਗੇ ਪਿਓ ਮੇਰਾ ਇਹ ਹੈ। 5 ਸਾਲ ਬਾਅਦ ਇਤਿਹਾਸਕਾਰ ਲਿਖਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਾਦਰ ਸ਼ਾਹ 5 ਸਾਲ ਬਾਅਦ ਪਿਤਾ ਦੇ ਦਰਸ਼ਨ ਹੋਏ ਤਾਂ ਵੀ ਆਨੰਦ ਨਾਲ ਬੀਤੀ ਹੈ। ਆਖੋ ਸਤਨਾਮ। ਵੀ 5 ਸਾਲ ਬਾਅਦ ਗੁਰੂ ਪਿਤਾ ਮਿਲੇ, ਕਹਿੰਦੇ ਉਸ ਤੋਂ ਬਾਅਦ ਕਹਿੰਦੇ ਵੀ ਪਟਨੇ ਦੀ ਧਰਤੀ ਤੋਂ ਚੱਲਿਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, 1 ਸਾਲ ਲੱਗਿਆ ਤਾਂ ਵੀ ਆਨੰਦ ਨਾਲ ਬੀਤੀ ਹੈ। ਆਖੋ ਸਤਨਾਮ। ਦੇਖੋ ਸਿੱਖੀ ਇਹ ਨਹੀਂ ਹੈ, ਮਹਾਰਾਜ ਕਹਿੰਦੇ ਨਾਮ ਜਪਣਾ, ਤੇ ਸਿੱਖੀ ਕੀ ਹੈ? ਦੁਨੀਆ ਦਾ ਹਰ ਕੋਈ ਦੁੱਖ ਸਰੀਰ ਤੇ ਆ ਜਾਏ ਪਰ ਮਨੁੱਖ ਡੋਲੇ ਨਾ, ਇਹ ਸਿੱਖੀ ਹੈ। ਅੱਜ ਅਸੀਂ ਸਿੱਖੀ ਅੰਮ੍ਰਿਤ ਛਕ ਲਿਆ, ਬੜੀ ਚੰਗੀ ਗੱਲ ਹੈ, ਨਾਮ ਜਪਣਾ ਬੜੀ ਚੰਗੀ ਗੱਲ ਹੈ, ਪਰ ਸਾਧ ਸੰਗਤ ਜੀ ਜਿਵੇਂ ਪਿਛਲੇ ਦਿਨ ਬਤੀਤ ਹੋਏ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਤੇ ਭਾਵੇਂ ਜਿੰਨਾ ਮਰਜੀ ਦੁੱਖ ਆਇਆ ਪਰ ਡੋਲ ਰਹੇ, ਡੋਲੇ ਨਹੀਂ, ਇਹ ਸਿੱਖੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੰਗਾ ਪਟਨਾ ਤੋਂ ਲੈ ਕਰਕੇ ਇੱਥੋਂ ਤੱਕ ਗੋਦਾਵਰੀ ਦੇ ਕੰਢੇ ਤੱਕ 42 ਸਾਲ ਦਾ ਸਮਾਂ ਬਤੀਤ ਹੋਇਆ। ਮੈਂ ਤੈਨੂੰ ਦੱਸਦਾ ਕਿਵੇਂ ਬਤੀਤ ਹੋਇਆ, ਤੇ ਸਾਰਾ ਆਨੰਦ ਵਿੱਚ ਹੀ ਬਤੀਤ ਹੋਇਆ, ਭਾਵੇਂ ਬੜਾ ਕੁਝ ਹੋਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਜਦੋਂ ਅਸੀਂ ਪਟਨੇ ਤੋਂ ਚੱਲੇ ਆਨੰਦਪੁਰ ਸਾਹਿਬ ਪਹੁੰਚੇ 1 ਸਾਲ ਦੇ ਕਰੀਬ ਲੱਗਿਆ।
ਕਹਿੰਦੇ ਉਹ ਵੀ ਆਨੰਦ ਨਾਲ ਬਤੀਤ ਹੋਈ ਹੈ ਤੇ ਸੰਗਤਾਂ ਨੇ ਬੜੀ ਕਿਰਪਾ ਕੀਤੀ ਹੈ, ਬੜਾ ਆਨੰਦ ਬਖਸ਼ਿਆ। ਕਹਿੰਦੇ ਜਦੋਂ ਉਮਰ 9 ਸਾਲ ਦੀ ਹੁੰਦੀ ਹੈ, ਕਹਿੰਦੇ ਪਿਤਾ ਦਾ ਸੀਸ ਆਉਂਦਾ ਹੈ ਦਿੱਲੀ ਤੋਂ, ਸੰਸਕਾਰ ਹੁੰਦਾ ਹੈ। ਕਹਿੰਦੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਮੇਰੇ ਕੋਲ ਆਨੰਦਪੁਰ ਸਾਹਿਬ ਆਉਂਦਾ ਤੇ ਅਸੀਂ ਸੰਸਕਾਰ ਕਰਦੇ ਹਾਂ। ਕਹਿੰਦੇ ਉਹ ਵੀ ਆਨੰਦ ਨਾਲ ਬੀਤੀ ਹੈ। ਦੇਖੋ ਕਿੰਨਾ ਕਿ ਜਿਗਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਲਹਾਰ ਜਾਈਏ, ਸਤਿਗੁਰਾਂ ਤੋਂ ਸਦਕੇ ਜਾਈਏ ਸਾਧ ਸੰਗਤ ਜੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ 9 ਸਾਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਆਇਆ। ਕਹਿੰਦੇ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਰਣਜੀਤ ਨਗਾਰਾ ਵੱਜਿਆ। ਮੈਂ ਫਿਰ ਦੀਵਾਨਾਂ ਵਿੱਚ ਬੇਨਤੀ ਕਰਾਂਗਾ, ਸਮਾਂ ਹੋ ਚੁੱਕਾ ਹੈ। ਕਹਿੰਦੇ ਰਣਜੀਤ ਨਗਾਰਾ ਵੱਜਿਆ। ਭੀਮ ਸੈਨ ਮਸੰਦਾ ਨੇ ਆ ਕਰਕੇ ਬੜਾ ਰੋਕਿਆ, ਮਹਾਰਾਜ ਰਣਜੀਤ ਨਗਾਰਾ ਨਾ ਵਜਾਓ। ਬੜਾ ਲੰਮੇਰਾ ਇਤਿਹਾਸ ਹੈ, ਆਪਾਂ ਤਾਂ ਸੰਖੇਪ ਵਿੱਚ ਵਾਚਦੇ ਹਾਂ। ਕਹਿੰਦੇ ਬੜਿਆਂ ਨੇ ਬਚਨ ਕੀਰਤਨ ਰਣਜੀਤ ਨਗਾਰਾ ਨਾ ਵਜਾਓ, ਘੋੜੇ ਦੀ ਸਵਾਰੀ ਨਾ ਕਰੋ, ਤਖਤ ਤੇ ਨਾ ਬੈਠੋ, ਪਰ ਕਹਿੰਦੇ ਅਸੀਂ ਸਾਰਾ ਕੁਝ ਹੀ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਫਿਰ ਭੰਗਾਣੀ ਦਾ ਜੰਗ ਹੋਇਆ। ਇਹ ਜੰਗ ਗੁਰੂ ਸਾਹਿਬ ਨੇ ਆਪ ਫਤਿਹ ਕੀਤੀ, ਅਸੀਂ ਨਹੀਂ ਫਤਿਹ ਕੀਤੀ, ਆਪ ਫਤਿਹ ਕੀਤੀ ਮਹਾਰਾਜ ਨੇ। ਕਹਿੰਦੇ ਉਦੋਂ ਵੀ ਆਨੰਦ ਵਿੱਚ ਹੀ ਬਤੀਤ ਹੋਇਆ। ਆਖੋ ਸਤਨਾਮ। ਕਹਿੰਦੇ ਫਿਰ ਆਨੰਦਾਂ ਦੀ ਧਰਤੀ ਜਿਹੜੇ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਣੀ ਕੋਲੋਂ ਖਰੀਦੀ, ਮਾਖੋ ਵਾਲੇ ਦਾ ਨਾਂ ਸੀ, ਫਿਰ ਮਾਤਾ ਚੱਕ ਨਾਨਕੀ ਦੇ ਨਾਂ ਤੇ ਰੱਖਿਆ। ਕਹਿੰਦੇ ਫਿਰ ਸਤਿਗੁਰ ਨੇ ਆਨੰਦਪੁਰ ਸਾਹਿਬ ਰੱਖਿਆ। ਕਹਿੰਦੇ ਉਹ ਆਨੰਦਾਂ ਦੀ ਧਰਤੀ ਆਨੰਦਪੁਰ ਸਾਹਿਬ ਵਿੱਚ ਕਵੀ ਦਰਬਾਰ ਵੀ ਲੱਗੇ। ਜਦੋਂ ਵਾਚੋਗੇ ਨਾ ਧੰਨ ਗੁਰੂ ਗੋਬਿੰਦ ਸਾਹਿਬ ਮਹਾਰਾਜ ਬਚਨ ਕਰਦੇ, ਬਹਾਦਰ ਸ਼ਾਹ ਐਸਾ ਸਮਾਂ ਆਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ ਲੱਗੇ ਔਰ ਐਸਾ ਆਨੰਦ ਵਜੇ। ਉਦੋਂ ਵੀ ਮੈਂ ਆਨੰਦ ਵਿੱਚ ਹੀ ਸਾਂ। ਸੱਚੇ ਪਾਤਸ਼ਾਹ ਕਹਿੰਦੇ ਫਿਰ ਸਮਾਂ ਆਇਆ, ਕਹਿੰਦੇ ਦੁਨੀਆ ਦੇ ਲੋਕ ਤੇ ਸਾਧ ਸੰਗਤ ਦੀ ਸੇਵਾ ਕਰਦੇ ਹੀ ਹੈ। ਮਹਾਰਾਜ ਕਹਿੰਦੇ ਜਾਨਵਰ ਵੀ ਮੈਨੂੰ ਚੋਰ ਚਲਾਉਂਦੇ ਰਹੇ ਤਾਂ ਵੀ ਮੈਂ ਆਨੰਦ ਵਿੱਚ ਹੀ ਸੀ। ਆਖੋ ਸਤਨਾਮ। ਜਦੋਂ ਰਤਨ ਰਾਏ ਨੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਥੀ ਭੇਟ ਕੀਤਾ, ਹੋਰ ਵੀ ਬੜੀਆਂ ਮਹਿੰਗੀਆਂ ਵਸਤੂਆਂ ਭੇਟ ਕੀਤੀਆਂ। ਭੀਮ ਚੰਦ ਨੇ ਮੰਗਿਆ ਸੀ ਨਾ ਕਿ ਮਹਾਰਾਜ ਹਾਥੀ ਦੇ ਦਿਓ, ਮੇਰੇ ਪੁੱਤਰ ਦਾ ਵਿਆਹ ਹੈ, ਤੇ ਹੋਰ ਵੀ ਵਸਤੂਆਂ ਮੰਗੀਆਂ। ਮਹਾਰਾਜ ਵਾਪਸ ਕਰ ਦਿਆਂਗਾ, ਲਾਲਚ ਹੋਰ ਸੀ, ਵਾਪਸ ਨਹੀਂ ਕਰਾਂਗਾ, ਪਰ ਉਹਦੇ ਵਿੱਚ ਰਾਜ ਹੋਰ ਸੀ। ਰਤਨ ਰਾਏ ਨੇ ਬੇਨਤੀ ਕੀਤੀ ਸੀ, ਮਹਾਰਾਜ ਇਹ ਪ੍ਰਸਾਦੀ ਹਾਥੀ ਹੈ, ਇਹ ਮਹਿੰਗੀਆਂ ਵਸਤੂਆਂ ਨੇ, ਕਿਰਪਾ ਕਰਕੇ ਆਪਣੇ ਤਨ ਸ਼ਸਤਰ ਸਜਾ ਕੇ ਰੱਖਿਓ, ਆਪਣੇ ਕੋਲ ਰੱਖਿਓ। ਤਾਂ ਮਹਾਰਾਜ ਨੇ ਦਿੱਤੀਆਂ ਨੇ। ਬੜਿਆਂ ਨੇ ਬੇਨਤੀ ਕੀਤੀ ਮਹਾਰਾਜ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਇਹ ਗੁਰੂ ਕੇ ਸਿੱਖਾਂ ਦਾ ਪਿਆਰ ਹੈ ਭਾਈ। ਸੋ ਸਾਧ ਸੰਗਤ ਜੀ ਕਹਿੰਦੇ ਨੇ ਪ੍ਰਸਾਦੀ ਹਾਥੀ ਨੇ ਸਾਡੇ ਉੱਤੇ ਚੋਰ ਵੀ ਚਲਾਇਆ, ਸਾਡੀ ਸੇਵਾ ਵੀ ਕੀਤੀ, ਅਸੀਂ ਤਾਂ ਵੀ ਆਨੰਦ ਵਿੱਚ ਸੀ। ਕਹਿੰਦੇ ਉਹ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਕਹਿੰਦੇ ਰਾਤ ਨੂੰ ਆਨੰਦਾਂ ਦੀ ਪੁਰੀ ਛੱਡਣੀ ਪਈ, ਕਹਿੰਦੇ ਤਾਂ ਵੀ ਮੈਂ ਆਨੰਦ ਵਿੱਚ ਹੀ ਰਿਹਾ। ਸਾਧ ਸੰਗਤ ਜੀ ਜਦੋਂ ਕਿਤੇ ਆਨੰਦਪੁਰ ਸਾਹਿਬ ਜਾਇਓ, ਚਮਕੌਰ ਸਾਹਿਬ ਜਾਇਓ, ਫਤਿਹਗੜ੍ਹ ਸਾਹਿਬ ਜਾਇਓ, ਉਹਨਾਂ ਸ਼ਹੀਦਾਂ ਨੂੰ ਜ਼ਰੂਰ ਨਤਮਸਤਕ ਹੋ ਕੇ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਬੜਾ ਸੁੱਖ ਦਿੱਤਾ ਜ਼ਿੰਦਗੀ ਦਾ। ਜੇ ਹੁਣ ਲੋੜ ਹੈ ਤੇ ਸਿੱਖੀ ਦੀ ਲੋੜ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਨਾਮ ਧਨ ਬਖਸ਼ੋ ਤੇ ਸਿੱਖੀ ਵਿੱਚ ਅਡੋਲਤਾ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ। ਔਰ ਇੱਕ ਗੱਲ ਚੇਤੇ ਰੱਖਿਓ, ਮਹਾਰਾਜ ਬਚਨ ਕਰਦੇ ਆ, ਕਹਿੰਦੇ ਜੇ ਜੰਜੂ ਦੀ ਖਾਤਰ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਸੀਸ ਬਲਿਦਾਨ ਕਰ ਦਿੱਤਾ, ਕਹਿੰਦੇ ਜੇ ਕੁਰਾਨ ਦੀ ਕਸਮਾਂ ਖਾਧੀਆਂ ਤੇ ਫਿਰ ਅਸੀਂ ਆਪਣਾ ਆਨੰਦਾਂ ਦਾ ਘਰ, ਆਨੰਦ ਦਾ ਘਰ ਆਨੰਦਪੁਰ ਛੱਡ ਦਿੱਤਾ। ਆਖੋ ਸਤਨਾਮ। ਵੀ ਜੇ ਕਿਸੇ ਦੇ ਧਰਮ ਤੇ ਬਣਾਈ, ਜੰਜੂ ਦੀ ਰਾਖੀ ਬਣਾਈ, ਫਿਰ ਸਾਡੇ ਪਿਤਾ ਨੇ ਸੀਸ ਦਿੱਤਾ। ਜੇ ਕਿਸੇ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਗਊ ਦੀਆਂ ਕਸਮਾਂ ਖਾਧੀਆਂ, ਫਿਰ ਅਸੀਂ ਉਹਨਾਂ ਦੀਆਂ ਕਸਮਾਂ ਤੇ ਆਪਣਾ ਘਰ ਵੀ ਛੱਡ ਦਿੱਤਾ। ਆਖੋ ਸਤਨਾਮ। ਕਹਿੰਦੇ ਫਿਰ ਪਰਿਵਾਰ ਵਿਛੋੜਾ ਹੁੰਦਾ ਬਹਾਦਰ ਸ਼ਾਹ, ਤੇ ਅਸੀਂ ਫਿਰ ਵੀ ਆਨੰਦ ਵਿੱਚ ਹੀ ਸੀ। ਪਰਿਵਾਰ ਵਿਛੋੜਾ ਹੋਇਆ, ਕਹਿੰਦੇ ਅਸੀਂ ਪਰਿਵਾਰ ਵਿਛੋੜੇ ਦੀ ਧਰਤੀ ਤੇ ਮਾਛੀ ਵਾਲੇ ਦੇ ਜੰਗਲਾਂ ਵਿੱਚ ਸੁੱਤੇ ਆ, ਕਹਿੰਦੇ ਤਾਂ ਵੀ ਮੈਂ ਆਨੰਦ ਵਿੱਚ ਹੀ ਸੀ। ਬਹਾਦਰ ਸ਼ਾਹ ਦੇ ਮਨ ਵਿੱਚ ਸੀ ਕਿਤੇ ਕੋਈ ਨਾ ਕੋਈ ਗੱਲ ਕਵਾਂਗਾ ਤੇ ਮਹਾਰਾਜ ਦੇ ਅੱਖਾਂ ਵਿੱਚੋਂ ਹੰਝੂ ਆਣਗੇ, ਮਹਾਰਾਜ ਆਪਣਾ ਦੁੱਖ ਦੱਸਣਗੇ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਪਰਿਵਾਰ ਵਿਛੋੜਾ ਹੁੰਦਾ ਹੈ ਤਾਂ ਵੀ ਉਸ ਆਨੰਦ ਦੀ ਕਿਰਪਾ ਵਿੱਚ ਰਿਹਾ, ਪਰ ਪਰਮੇਸ਼ਰ ਦੇ ਭਾਣੇ ਵਿੱਚ ਰਿਹਾ। ਕਹਿੰਦੇ 2 ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਤਾਂ ਵੀ ਮੈਂ ਆਨੰਦ ਵਿੱਚ ਹੀ ਰਿਹਾ।
ਕਹਿੰਦੇ ਉਸ ਤੋਂ ਬਾਅਦ ਛੋਟੇ ਪੁੱਤਰ ਨੀਹਾਂ ਵਿੱਚ ਚਿਣੇ ਗਏ। ਮਾਤਾ ਜੀ ਦਾ ਭਾਵ ਜਿਵੇਂ ਆਪ ਜੀ ਨੂੰ ਪਤਾ ਮਾਤਾ ਜੀ ਸ਼ਹੀਦ ਹੋ ਗਏ, ਕਹਿੰਦੇ ਤਾਂ ਵੀ ਮੈਂ ਆਨੰਦ ਵਿੱਚ ਹੀ ਰਿਹਾ। ਸਾਧ ਸੰਗਤ ਜੀ, ਅਖੀਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ। ਬਹਾਦਰ ਸਾਹਿਬ ਕਹਿੰਦੇ ਛੋਟੇ ਵੱਡੇ ਪੁੱਤਰ ਸ਼ਹੀਦ ਹੋ ਗਏ, ਮਾਂ ਦੀ ਸ਼ਹਾਦਤ ਹੋ ਗਈ, ਤਾਂ ਵੀ ਮੈਂ ਆਨੰਦ ਵਿੱਚ ਹੀ ਰਿਹਾ। ਕਹਿੰਦੇ ਕੋਈ ਚਿਹਰੇ ਤੇ ਸਾਧ ਸੰਗਤ ਜੀ ਮਲਾਲ ਨਹੀਂ ਸੀ। ਕਵੀਰਾਜ ਲਿਖਦੇ ਆ, ਜਦੋਂ ਇਹ ਗੱਲ ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਨੂੰ ਦੱਸਦੇ ਆ ਨਾ, ਅੱਜ ਕੋਈ ਘਰ ਦੀ ਮਾੜੀ ਜੀ ਸਾਧ ਸੰਗਤ ਜੀ ਵਿਪਤਾ ਹੋ ਜੇ, ਕੋਈ ਪਰਿਵਾਰ ਵਿੱਚੋਂ ਅਣਹੋਣੀ ਹੋ ਜੇ, ਤੇ ਉਹ ਤੇ ਹੋ ਜਾਂਦੀ ਹੈ, ਪਰ ਜਦੋਂ ਬੰਦਾ ਕਿਤੇ ਦੂਜੇ ਨੂੰ ਦੱਸਦਾ ਹੈ ਨਾ, ਫਿਰ ਰੋਂਦਿਆਂ ਚੁੱਪ ਨਹੀਂ ਕਰਦਾ। ਇਹ ਸਚਾਈ ਹੈ। ਆ ਕਈ ਵਾਰੀ ਮੈਂ ਲੋਸਮੈਂਟ ਕਰਦਾ ਹੁੰਦਾ ਕਿ ਸੰਸਾਰ ਤੋਂ ਮਾਇਆ ਚਲੇ ਜਾਏ, ਪਦਾਰਥ ਚਲੇ ਜਾਣ, ਵਾਪਸ ਆ ਜਾਂਦੇ ਆ, ਪਰ ਜਦੋਂ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਪਿਤਾ ਚਲੇ ਜਾਏ, ਬਾਪ ਚਲੇ ਜਾਏ, ਮਾਂ ਚਲੀ ਜਾਏ ਸੰਸਾਰ ਤੋਂ, ਫਿਰ ਉਹ ਘਾਟਾ ਪੂਰਾ ਨਹੀਂ ਹੋ ਸਕਦਾ ਤੇ ਪਰਿਵਾਰ ਰੋਣ ਲੱਗ ਪੈਂਦਾ, ਕਿਉਂਕਿ ਉਹ ਸਾਰੀ ਗੱਲ ਚੇਤੇ ਆਉਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਸਾਰੀ ਗੱਲ ਬਹਾਦਰ ਸ਼ਾਹ ਨੂੰ ਸੁਣਾਉਂਦੇ ਆ, ਮਹਾਰਾਜ ਦੇ ਚਿਹਰੇ ਤੇ ਮਾਸਾ ਵੀ ਮਲਾਲ ਨਹੀਂ, ਕੋਈ ਮਲਾਲ ਨਹੀਂ। ਕਵੀਰਾਜ ਲਿਖਦੇ ਆ, ਕੋਈ ਗਮੀ ਨਹੀਂ, ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ। ਤੇ ਮਹਾਰਾਜ ਕਹਿੰਦੇ ਬਹਾਦਰ ਸ਼ਾਹ, ਜਿਹੜੀ ਤੂੰ ਗੱਲ ਵਿੱਚ ਮਨ ਵਿੱਚ ਵਿਚਾਰ ਕਰਦਾ, ਅਸੀਂ ਤੇ ਉਸ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦੇ ਆ। ਆਖੋ ਸਤਨਾਮ। ਫਿਰ ਸਾਧ ਸੰਗਤ ਜੀ ਸ਼ਾਇਰ ਨੇ ਲਿਖਿਆ, ਕਹਿੰਦੇ ਮੈਂ ਬੁਲੰਦੀ ਸੇ ਗੁਜਰਾ, ਮੈਂ ਬੁਲੰਦੀ ਸੇ ਗੁਜਰਾ, ਮੈਂ ਪਸਤੀ ਸੇ ਗੁਜਰਾ, ਕਹਿੰਦੇ ਜਹਾਂ ਸੇ ਵੀ ਗੁਜਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਮੈਂ ਮਸਤੀ ਸੇ ਗੁਜਰਾ। ਆਖੋ ਸਤਨਾਮ। ਐਸਾ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਾਧ ਸੰਗਤ ਜੀ ਸਾਰਾ ਇਹ ਪਰਿਵਾਰ ਵਿਛੋੜੇ ਦੀ ਸ਼ਹਾਦਤ ਦਾ ਸਮਾਂ ਆ ਰਿਹਾ ਹੈ। 22 ਤਰੀਕ ਤੋਂ 27 ਤਰੀਕ ਤੱਕ ਜਿੰਨਾ ਵੀ ਹੋ ਸਕੇ ਗੱਲਾਂ ਤੋਂ ਸੰਕੋਚ ਕਰਿਓ, ਜਿੰਨਾ ਹੋ ਸਕੇ ਫੋਨ ਤੋਂ ਟੀਵੀ ਤੋਂ ਸੰਕੋਚ ਕਰਕੇ ਵੱਧ ਚੜ ਕੇ ਸਿਮਰਨ ਕਰਿਓ। ਆਪਣੇ ਬੱਚਿਆਂ ਨੂੰ ਦੱਸਿਓ ਅੱਜ ਪਰਿਵਾਰ ਵਿਛੋੜਾ ਹੁੰਦਾ ਹੈ, ਅੱਜ ਮਹਾਰਾਜ ਸਰਸਾ ਨਦੀ ਤੇ ਪਹੁੰਚਦੇ ਆ, ਅੱਜ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਅੱਜ ਛੋਟਿਆਂ ਦੀ ਸ਼ਹਾਦਤ ਹੁੰਦੀ ਹੈ, ਅੱਜ ਮਾਂ ਗੁਜਰੀ ਦੀ ਸ਼ਹਾਦਤ ਹੁੰਦੀ ਹੈ। ਇਹ ਸਾਰਾ ਇਤਿਹਾਸ ਦਿਨ ਪਰ ਦਿਨ ਜ਼ਰੂਰ ਸੁਣਾਇਓ। ਇਹ ਬੇਨਤੀ ਹੈ। ਵਿਚਾਰ ਕਰਦੇ ਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਆਪ ਸਮੂਹ ਸੰਗਤਾਂ ਬਖਸ਼ਣ ਯੋਗ ਨੇ। ਹਜੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹ ਮਨੁੱਖਾ ਜਨਮ ਬੜਾ ਮੋਲਕ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਸਤਿਗੁਰ ਕਹਿੰਦੇ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਾਹ ਨਹੀਂ। ਕਹਿੰਦੇ ਮਨੁੱਖਾ ਜਨਮ ਮਿਲਿਆ, ਕਹਿੰਦੇ ਕਿਉਂ ਨਹੀਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ। ਸਮਾਂ ਜ਼ਿਆਦਾ ਹੀ ਹੋ ਚੁੱਕਾ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਡੇ ਅਵਗੁਣ ਨਾ ਚਿਤਾਰਦੇ ਹੋਏ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਸੋਝੀ, ਇਹ ਗਿਆਨ ਬਖਸ਼ਿਸ਼ ਕਰਕੇ ਨਿਵਾਜਣਾ ਕਰਨ, ਤਾਂ ਕਿ ਅਸੀਂ ਨਾਮ ਜਪ ਕਰਕੇ ਇਸ ਭਵ ਸਾਗਰ ਤੋਂ ਤਰਨਾ ਕਰੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ। ਆਓ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਆਓ ਸ਼ਬਦਾਂ ਨਾਲ ਜੁੜੀਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ। ਤਾਤੀ